ਜਿਹੜਾ ਬੰਦਾ ਕੋਈ ਨਸ਼ਾ ਕਰ ਰਿਹਾ ਜਿਵੇਂ ਅਫੀਮ ਦਾ, ਭੁੱਕੀ ਦਾ, ਚਿੱਟੇ ਦਾ ਜਾਂ ਜੀਭ ਵਾਲੀ ਗੋਲੀ ਦਾ, ਜਿਹੜੀ ਜੀਭ ਵਾਲੀ ਗੋਲੀ ਹੈ ਜੀ ਉਹ ਨਸ਼ੇ ਦਾ ਸਬਸਟੀਟਿਊਟ ਹੈ ਇੱਕ, ਕਿ ਆਪਾਂ ਇੱਕ ਨਸ਼ੇ ਨੂੰ ਛੱਡ ਕੇ ਦੂਜਾ ਨਸ਼ਾ ਲੈ ਲਿਆ। ਇਹ ਗੋਲੀ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੈ ਔਰ ਬੰਦਾ ਜਦੋਂ ਇਸ ਨੂੰ ਸ਼ੁਰੂ ਕਰ ਦਿੰਦਾ ਤਾਂ ਫਿਰ ਇਸ ਨੂੰ ਛੱਡ ਨਹੀਂ ਪਾਉਂਦਾ। ਕਿ ਜਿਹੜੇ ਪਹਿਲਾਂ ਆਪਣੇ ਬਜ਼ੁਰਗ ਸੀਗੇ ਜਾਂ ਪਹਿਲਾਂ ਜਿਹੜੇ ਆਪਣੇ ਵੱਡ ਵਡੇਰੇ ਸੀਗੇ ਉਹਨਾਂ ਨੂੰ ਖੁਰਾਕਾਂ ਮਿਲਦੀਆਂ ਸੀਗੀਆਂ ਵਧੀਆ, ਖਾਲਿਸ ਘਿਓ ਦੀਆਂ ਜਾਂ ਖਾਲਿਸ ਚੀਜ਼ਾਂ ਦੀਆਂ, ਤਾਂ ਉਹ ਤਾਕਤ ਨਾ ਹੋਣ ਦੀ ਵਜ੍ਹਾ ਕਰਕੇ ਲੋਕਾਂ ਦੇ ਸਰੀਰ 'ਚ ਜਿਹੜੇ ਅੱਜ ਕੱਲ੍ਹ ਦੇ ਗੱਭਰੂ ਨੇ, ਅੱਜ ਕੱਲ੍ਹ ਦੀ ਪਨੀਰੀ ਹੈ, ਉਹਨਾਂ ਦੇ ਵਿੱਚ ਉਨਾ ਜੋਸ਼ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਜਦੋਂ ਖੁਰਾਕ ਹੀ ਨਹੀਂ ਵਧੀਆ ਮਿਲ ਰਹੀ ਤਾਂ ਉਹਨਾਂ 'ਚ ਜੋਸ਼ ਕਿੱਥੋਂ ਆਊਗਾ। ਕੋਈ ਨਾ ਕੋਈ ਬੰਦਾ ਦੱਸ ਦਿੰਦਾ ਵੀ ਯਾਰ ਤੁਸੀਂ ਨਸ਼ਾ ਕਰਕੇ ਸੈਕਸ ਕਰੋ ਤਾਂ ਤੁਹਾਡਾ ਜਿਹੜੀ ਸੈਕਸ ਪਾਵਰ ਹੈ ਉਹ ਵਧਣੀ ਸ਼ੁਰੂ ਹੋ ਜਾਏਗੀ। ਉਹ ਤਾਂ ਇਸ ਵਜ੍ਹਾ ਕਰਕੇ ਸ਼ੁਰੂ ਹੋ ਜਾਂਦਾ ਨਸ਼ਾ ਕਰਨਾ। ਲੋਅਰ ਵਰਗ ਦਾ ਜਿਹੜਾ ਬੰਦਾ ਉਹ ਇਸ ਕਰਕੇ ਨਸ਼ਾ ਕਰਦਾ ਵੀ ਉਹ ਤੋਂ ਉਂਝ ਦਾ ਕੰਮ ਨਹੀਂ ਹੁੰਦਾ, ਕਿਉਂਕਿ ਸਰੀਰ 'ਚ ਤਾਕਤ ਨਹੀਂ ਹੈਗੀ, ਜਦੋਂ ਅੰਦਰੋਂ ਖੁਰਾਕ ਤਾਂ ਇੰਨੀ ਵਧੀਆ ਮਿਲ ਨਹੀਂ ਰਹੀ, ਉਹ ਉਸ ਵਜ੍ਹਾ ਕਰਕੇ ਨਸ਼ਾ ਕਰਦਾ ਵੀ ਜੇ ਮੈਂ ਭੁੱਕੀ ਦਾ 2 ਚਮਚਾ ਖਾ ਲਾਂਗਾ ਮੈਂ ਸਾਰਾ ਦਿਨ ਵਧੀਆ ਕੰਮ ਕਰੀ ਜਾਊਂਗਾ। ਕਾਮਨੀ ਗੋਲੀ ਬੰਦੇ ਕਿਉਂ ਸ਼ੁਰੂ ਕਰਦੇ ਆ? ਉਹਦੇ 2 ਕਾਰਨ ਨੇ। ਇੱਕ ਤਾਂ ਜਿਹੜੀ ਕਾਮਨੀ ਗੋਲੀ ਹੈ ਇਹਦੇ ਅੰਦਰ ਅਫੀਮ ਦੀ ਮਾਤਰਾ ਪਈ ਹੋਈ ਹੈ। ਜਦੋਂ ਆਪਾਂ ਉਹਨੂੰ ਗੋਲੀਆਂ ਨੂੰ ਖਾਣਾ ਸ਼ੁਰੂ ਕਰਦੇ ਹਾਂ, ਆਪਣੀ ਉਹਦੇ ਨਾਲ ਸੈਕਸ ਡਿਜ਼ਾਇਰ ਵਧਣੀ ਸ਼ੁਰੂ ਹੋ ਜਾਂਦੀ ਹੈ, ਤਾਂ ਫਿਰ ਆਪਾਂ ਹੌਲੀ ਹੌਲੀ ਉਸ ਆਦਤ ਦੇ ਸ਼ਿਕਾਰ ਹੋ ਜਾਂਦੇ ਹਾਂ। ਫਿਰ ਉਹਨੂੰ ਛੱਡਣਾ ਉਹਦੇ ਵਾਸਤੇ ਪੋਸੀਬਲ ਨਹੀਂ ਹੁੰਦਾ, ਕਿਉਂਕਿ ਜੇ ਉਹ ਛੱਡਦਾ ਉਹਨੂੰ ਲੂਜ਼ ਮੋਸ਼ਨ ਲੱਗ ਗਏ, ਉਹਦੇ ਲੱਤਾਂ 'ਚ ਦਰਦ, ਪਿੰਡਲੀਆਂ 'ਚ ਦਰਦ, ਚਿੜਚਿੜਾਪਨ, ਗੁੱਸਾ ਆਉਣਾ ਜਲਦੀ, ਕਿਉਂਕਿ ਜੇ ਉਹ ਨਹੀਂ ਕਰੇਗਾ ਤਾਂ ਉਹਨੂੰ ਇਹ ਚੀਜ਼ਾਂ ਦਿਖਣਗੀਆਂ, ਠੀਕ ਹੈ, ਤਾਂ ਉਹ ਨਾ ਚਾਹੁੰਦੇ ਹੋਏ ਵੀ ਉਹਨੂੰ ਇਹ ਦਵਾਈ ਖਾਣੀ ਪਊਗੀ। ਕਾਮਨੀ ਨਸ਼ਾ ਛੱਡਣ ਵਾਸਤੇ ਤੁਹਾਡੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਣੀ ਵਿਲ ਪਾਵਰ ਜ਼ਰੂਰ ਚਾਹੀਦੀ ਹੈ, ਠੀਕ ਹੈ, ਕਿਉਂਕਿ ਜੇ ਤੁਹਾਡਾ ਅੰਦਰੋਂ ਮਨ ਸਟਰੋਂਗ ਨਹੀਂ ਹੈਗਾ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਪ੍ਰਕਿਰਤੀ ਦੇ ਵਿੱਚ ਤਾਂ ਸਾਡੇ ਆਯੁਰਵੇਦ ਦੇ ਵਿੱਚ ਬਹੁਤ ਵੱਡੀ, ਆਪਣੀ ਘਰ ਦੀ ਰਸੋਈ ਦੇ ਵਿੱਚ ਹੀ ਬਹੁਤ ਵੱਡੀਆਂ ਚੀਜ਼ਾਂ ਨੇ ਜਿਹਦਾ ਦੇ ਕਰਕੇ ਆਪਾਂ ਇਸ ਨਸ਼ੇ ਨੂੰ ਅਲਵਿਦਾ ਕਰ ਸਕਦੇ ਹਾਂ, ਜਦ ਤੱਕ ਕਿ ਉਸ ਨੂੰ ਕੋਈ ਐਸਾ ਟ੍ਰੀਟਮੈਂਟ ਨਹੀਂ ਮਿਲਦਾ ਵੀ ਜਿਹਦੀ ਵਜ੍ਹਾ ਕਰਕੇ ਉਹਦੀ ਬਾਡੀ ਦੇ ਵਿੱਚੋਂ ਨਸ਼ੇ ਦੀ ਜਿਹੜੀ ਆਪਾਂ ਗੰਦਗੀ ਹੈ ਜਾਂ ਜੇ ਵੀ ਉਹਨੂੰ ਬਾਡੀ ਨੂੰ ਆਪਾਂ ਜਿਹਨੂੰ ਕਹਿੰਦੇ ਨੇ ਵੀ ਅਸੀਂ ਡਿਟੌਕਸ ਕਰ ਦਈਏ, ਤੋੜ ਖਤਮ ਹੋ ਜੂ। ਬਿਲਕੁਲ ਹੋ ਜਾਏਗੀ ਜੀ। ਜਿਹੜਾ ਬੰਦਾ ਕੋਈ ਨਸ਼ਾ ਕਰ ਰਿਹਾ ਜਿਵੇਂ ਅਫੀਮ ਦਾ, ਭੁੱਕੀ ਦਾ, ਚਿੱਟੇ ਦਾ ਜਾਂ ਜੀਭ ਵਾਲੀ ਗੋਲੀ ਦਾ, ਤੇ ਉਹਦੇ ਬਾਅਦ ਜੀਭ ਵਾਲੀ ਗੋਲੀ ਦਾ ਵੀ ਨਸ਼ਾ ਜੀ? ਬਿਲਕੁਲ ਜੀ ਬਿਲਕੁਲ। ਉਹ ਵੀ ਇੱਕ ਤਰ੍ਹਾਂ ਦੀ ਜਿਹੜੀ ਜੀਭ ਵਾਲੀ ਗੋਲੀ ਹੈ ਜੀ ਉਹ ਨਸ਼ੇ ਦਾ ਸਬਸਟੀਟਿਊਟ ਹੈ ਇੱਕ, ਕਿ ਆਪਾਂ ਇੱਕ ਨਸ਼ੇ ਨੂੰ ਛੱਡ ਕੇ ਦੂਜਾ ਨਸ਼ਾ ਲੈ ਲਿਆ। ਸਾਡੇ ਕੋਲੇ ਕਈ ਪੇਸ਼ੈਂਟ ਆਉਂਦੇ ਆ ਕਿ ਜੀ ਅਸੀਂ ਡਾਕਟਰ ਕੋਲੇ ਗਏ, ਉਹਨਾਂ ਨੇ ਸਾਨੂੰ ਆਹ ਗੋਲੀ ਲਾਤੀ, ਲੇਕਿਨ ਹੁਣ ਸਾਤੋਂ ਇਹ ਗੋਲੀ ਛੂਟ ਨਹੀਂ ਰਹੀ, ਤਾਂ ਇੱਕ ਤਰ੍ਹਾਂ ਦਾ ਆਪਾਂ ਨਸ਼ਾ ਛੱਡਿਆ ਤੇ ਗੋਲੀ ਤੇ ਲੱਗ ਗਏ। ਮਤਲਬ ਇੱਕ ਨਸ਼ਾ ਛੱਡਿਆ ਤੇ ਦੂਸਰੇ ਨਸ਼ੇ ਤੇ ਲੱਗ ਗਏ। ਬਿਲਕੁਲ ਜੀ ਬਿਲਕੁਲ। ਇਹ ਗੋਲੀ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੈ ਔਰ ਬੰਦਾ ਜਦੋਂ ਇਸ ਨੂੰ ਸ਼ੁਰੂ ਕਰ ਦਿੰਦਾ ਤਾਂ ਫਿਰ ਇਸ ਨੂੰ ਛੱਡ ਨਹੀਂ ਪਾਉਂਦਾ। ਜਦੋਂ ਛੱਡਦਾ ਤਾਂ ਉਹੀ ਉਹਨੂੰ ਤੋੜ ਲੱਗਦੀ ਹੈ, ਉਹੀ ਦਿੱਕਤਾਂ ਆਉਂਦੀਆਂ, ਉਹੀ ਪਰੇਸ਼ਾਨੀਆਂ ਹੁੰਦੀਆਂ, ਤਾਂ ਫਿਰ ਇਹ ਇੱਕ ਤਰ੍ਹਾਂ ਦਾ ਨਸ਼ਾ ਹੀ ਹੋਇਆ ਨਾ ਜਦੋਂ ਆਪਾਂ ਉਹਨੂੰ ਛੱਡ ਹੀ ਨਹੀਂ ਪਾ ਰਹੇ। ਜੀ ਜੀ। ਅੱਛਾ, ਤੇ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ, ਸਭ ਤੋਂ ਪਹਿਲਾ ਸਵਾਲ ਤੁਹਾਡੇ ਕੋਲੋਂ ਮੈਂ ਇਹ ਲਵਾਂਗਾ ਕਿ ਇਸ ਵੇਲੇ ਪੰਜਾਬ ਸਰਕਾਰ ਨੇ ਬੜਾ ਜ਼ੋਰ ਲਾਇਆ ਹੋਇਆ ਨਸ਼ਾ ਛਡਾਉਣ ਵਾਸਤੇ ਵੀ ਔਰ ਧੜਾਧੜ ਪਰਚੇ ਵੀ ਜਿਹੜੇ ਨਸ਼ੇ ਦੇ ਸੌਦਾਗਰਾਂ ਦੇ ਉੱਤੇ ਹੋ ਰਹੇ ਨੇ, ਪਰ ਕੀ ਕਾਰਨ ਹੈ ਕਿ ਚਾਹੇ ਛੋਟੇ ਘਰ ਦਾ ਬੱਚਾ ਹੈ ਚਾਹੇ ਵੱਡੇ ਘਰ ਦਾ ਕਾਕਾ ਹੈ, ਹਰ ਪਰਿਵਾਰ ਹੈ ਜਿਹੜਾ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਕਹਿ ਦਿੰਦੇ ਸੀ ਕਿ ਪੰਜਾਬ ਦੇ ਹਰ ਘਰ ਦੇ ਵਿੱਚ ਪਹਿਲਾਂ ਜਿਹੜਾ ਭਲਵਾਨ ਪੈਦਾ ਹੋਇਆ ਕਰਦੇ ਸਨ, ਹਰ ਘਰ ਦੇ ਵਿੱਚੋਂ ਇੱਕ ਬੱਚਾ ਫੌਜੀ ਹੋਇਆ ਕਰਦਾ ਸੀ, ਤੇ ਇਸ ਵੇਲੇ ਹਰ ਘਰ ਦੇ ਵਿੱਚ ਇੱਕ ਨੂੰ, ਦੂਸਰੇ ਨੂੰ, ਤੀਸਰੇ ਨੂੰ ਕੋਈ ਵਿਰਲਾ ਹੀ ਜਿਹੜਾ ਬਚਿਆ ਹੋਇਆ ਘਰ, ਬਾਕੀ ਸਾਰਿਆਂ 'ਚ ਅਮਲੀ ਨੇ ਜੀ। ਉਹ ਕੀ ਕਾਰਨ ਮੰਨਦੇ ਹੋ? ਸਰ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਜਿਹੜੇ ਪਹਿਲਾਂ ਆਪਣੇ ਬਜ਼ੁਰਗ ਸੀਗੇ ਜਾਂ ਪਹਿਲਾਂ ਜਿਹੜੇ ਆਪਣੇ ਵੱਡ ਵਡੇਰੇ ਸੀਗੇ ਉਹਨਾਂ ਨੂੰ ਖੁਰਾਕਾਂ ਮਿਲਦੀਆਂ ਸੀਗੀਆਂ ਵਧੀਆ, ਖਾਲਿਸ ਘਿਓ ਦੀਆਂ ਜਾਂ ਖਾਲਿਸ ਚੀਜ਼ਾਂ ਦੀਆਂ। ਅੱਜ ਕੱਲ੍ਹ ਕੀ ਹੈ ਵੀ ਇਹ ਖੁਰਾਕਾਂ ਦੇ ਵਿੱਚ ਜਾਨ ਤਾਂ ਹੈ ਨਹੀਂ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਮਿਲਾਵਟ ਦਾ ਦੌਰ ਹੈ। ਹਰ ਇੱਕ ਚੀਜ਼ਾਂ ਦੇ ਵਿੱਚ ਤੁਸੀਂ ਹੁਣ ਆਪਣੀ ਖੇਤੀ ਦੇ ਵਿੱਚ ਦੇਖੋ ਪੈਸਟੀਸਾਈਡ ਯੂਜ਼ ਹੁੰਦਾ ਹੈ, ਠੀਕ ਹੈ, ਜਿੰਨੇ ਵੀ ਆਪਣੇ ਫਲਾਂ ਦੇ ਵਿੱਚ ਉਹਨਾਂ ਨੂੰ ਕੈਮੀਕਲਾਂ ਦੇ ਨਾਲ ਪਕਾਇਆ ਜਾਂਦਾ ਹੈ, ਠੀਕ ਹੈ, ਤੇ ਹੋਰ ਵੀ ਤੁਸੀਂ ਹਰ ਇੱਕ ਚੀਜ਼ਾਂ ਦੇ ਵਿੱਚ ਦੁੱਧ ਵੀ ਹੋ ਗਿਆ ਤਾਂ ਮੱਝਾਂ ਨੂੰ ਟੀਕੇ ਲਗਾ ਕੇ ਦੁੱਧ ਲਿੱਤਾ ਜਾਂਦਾ ਹੈ, ਤਾਂ ਉਹ ਚੀਜ਼ਾਂ ਦੇ ਵਿੱਚ ਤਾਕਤ ਨਹੀਂ ਰਹੀ। ਤਾਂ ਉਹ ਤਾਕਤ ਨਾ ਹੋਣ ਦੀ ਵਜ੍ਹਾ ਕਰਕੇ ਲੋਕਾਂ ਦੇ ਸਰੀਰ 'ਚ ਜਿਹੜੇ ਅੱਜ ਕੱਲ੍ਹ ਦੇ ਗੱਭਰੂ ਨੇ, ਅੱਜ ਕੱਲ੍ਹ ਦੀ ਪਨੀਰੀ ਹੈ, ਉਹਨਾਂ ਦੇ ਵਿੱਚ ਉਨਾ ਜੋਸ਼ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਜਦੋਂ ਖੁਰਾਕ ਹੀ ਨਹੀਂ ਵਧੀਆ ਮਿਲ ਰਹੀ ਤਾਂ ਉਹਨਾਂ 'ਚ ਜੋਸ਼ ਕਿੱਥੋਂ ਆਊਗਾ। ਤੇ ਹੁਣ ਰਹੀ ਗੱਲ ਵੀ ਆਪਾਂ ਨਸ਼ਿਆਂ ਤੇ ਕਿਉਂ ਲੱਗਦੇ ਆ, ਉਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਜੋ ਮੈਂ ਤੁਹਾਨੂੰ ਕਹਿਣਾ ਜਾ ਰਿਹਾ ਕਿ ਦੇਖੋ ਜਿਹੜੇ ਤਾਂ ਵੱਡੇ ਘਰ ਦੇ ਕਾਕੇ ਨੇ ਉਹ ਨਸ਼ੇ ਤੇ ਕਿਉਂ ਲੱਗਦੇ ਨੇ, ਉਹਨਾਂ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ
ਘਾਟਾਂ ਦੇ ਕਾਰਨ ਨਾ ਕਿਤੇ ਉਹਨਾਂ ਦੀ ਸੈਕਸ ਪਾਵਰ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਉਹਨਾਂ ਨੂੰ ਕੋਈ ਨਾ ਕੋਈ ਬੰਦਾ ਦੱਸ ਦਿੰਦਾ ਵੀ ਯਾਰ ਤੁਸੀਂ ਨਸ਼ਾ ਕਰਕੇ ਸੈਕਸ ਕਰੋ ਤਾਂ ਤੁਹਾਡਾ ਜਿਹੜੀ ਸੈਕਸ ਪਾਵਰ ਆ ਉਹ ਵਧਣੀ ਸ਼ੁਰੂ ਹੋ ਜਾਏਗੀ। ਉਹ ਤਾਂ ਇਸ ਵਜ੍ਹਾ ਕਰਕੇ ਸ਼ੁਰੂ ਹੋ ਜਾਂਦਾ ਨਸ਼ਾ ਕਰਨਾ। ਪਹਿਲਾਂ 2 ਵਾਰ 4 ਵਾਰ ਜਾਂ 10 ਵਾਰ ਉਹ ਜਦੋਂ ਲੈਂਦਾ ਹੈ ਉਹ ਨਸ਼ਾ, ਹੌਲੀ ਹੌਲੀ ਉਹਦੇ ਸਰੀਰ ਨੂੰ ਆਦਤ ਪੈ ਜਾਂਦੀ ਹੈ ਤਾਂ ਉਹਦਾ ਉਹ ਡਰੱਗ ਐਡਿਕਟ ਹੋ ਜਾਂਦਾ ਹੈ। ਲੇਕਿਨ ਜਿਹੜਾ ਹੈਗਾ, ਹੁਣ ਤੁਸੀਂ ਲੋਅਰ ਵਰਗ ਦੀ ਗੱਲ ਕਰਦੇ ਹੋ, ਲੋਅਰ ਵਰਗ ਦਾ ਜਿਹੜਾ ਬੰਦਾ ਉਹ ਇਸ ਕਰਕੇ ਨਸ਼ਾ ਕਰਦਾ ਵੀ ਉਹ ਤੋਂ ਉਂਝ ਤਾਂ ਕੰਮ ਨਹੀਂ ਹੁੰਦਾ ਕਿਉਂਕਿ ਸਰੀਰ 'ਚ ਤਾਕਤ ਨਹੀਂ ਹੈਗੀ, ਜਦੋਂ ਅੰਦਰੋਂ ਖੁਰਾਕ ਤਾਂ ਇੰਨੀ ਵਧੀਆ ਮਿਲ ਨਹੀਂ ਰਹੀ, ਉਹ ਉਸ ਵਜ੍ਹਾ ਕਰਕੇ ਨਸ਼ਾ ਕਰਦਾ ਵੀ ਜੇ ਮੈਂ ਭੁੱਕੀ ਦਾ 2 ਚਮਚਾ ਖਾ ਲਾਂਗਾ ਮੈਂ ਸਾਰਾ ਦਿਨ ਵਧੀਆ ਕੰਮ ਕਰੀ ਜਾਊਂਗਾ। ਠੀਕ ਹੈ, ਉਹ ਸ਼ੁਰੂ ਦੇ ਵਿੱਚ 2 ਭੁੱਕੀ ਖਾਣ ਦੇ ਚਮਚੇ ਦੇ ਆਦਤ ਦੇ ਵਿੱਚ ਉਹ ਹੌਲੀ ਹੌਲੀ ਕਦੋਂ ਉਹਨੂੰ ਲੱਤ ਲੱਗ ਜਾਂਦੀ ਹੈ ਉਹ ਉਹਨੂੰ ਖੁਦ ਨਹੀਂ ਪਤਾ ਚੱਲਦਾ। ਉਹ ਇਸ ਚੱਕਰ ਦੇ ਵਿੱਚ ਉਹ ਇਹਦਾ ਸ਼ਿਕਾਰ ਹੋ ਜਾਂਦਾ ਹੈ। ਅੱਛਾ, ਤੇ ਡਾਕਟਰ ਸਾਹਿਬ ਕਾਮਨੀ ਜਿਹੜੀਆਂ ਗੋਲੀਆਂ ਨੇ, ਅੱਜ ਕੱਲ ਮੈਂ ਬੈਠਾ ਸੀ ਇੱਥੇ ਬੈਠੇ ਬੈਠੇ ਬਹੁਤ ਮਰੀਜ਼ ਤੁਹਾਡੇ ਕੋਲ ਆਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਾਮਨੀ ਗੋਲੀ ਦੇ ਸ਼ਿਕਾਰ ਹੋ ਗਏ ਹਾਂ। ਇਹ ਕੀ ਚੀਜ਼ ਹੈ ਜੀ? ਇਹ ਕੀ ਹੁੰਦਾ ਹੈ? ਕੀ ਸ਼ੁਰੂਆਤ ਕਿਵੇਂ ਹੁੰਦੀ ਹੈ ਔਰ ਕਿਵੇਂ ਜਿਹੜੇ ਅਸੀਂ ਬੱਚਿਆਂ ਨੂੰ ਇਸ ਗੋਲੀਆਂ ਤੋਂ ਬਚਾ ਸਕਦੇ ਹਾਂ? ਸਰ ਦੇਖੋ, ਗੱਲ ਫੇਰ ਉਹੀ ਆ ਗਈ ਜੋ ਮੈਂ ਤੁਹਾਨੂੰ ਪਹਿਲਾਂ ਕਹੀ ਹੈ। ਕਾਮਨੀ ਗੋਲੀ ਬੰਦੇ ਕਿਉਂ ਸ਼ੁਰੂ ਕਰਦੇ ਆ? ਉਹਦੇ 2 ਕਾਰਨ ਨੇ। ਇੱਕ ਤਾਂ ਜਿਹੜੀ ਕਾਮਨੀ ਗੋਲੀ ਹੈ ਇਹਦੇ ਅੰਦਰ ਅਫੀਮ ਦੀ ਮਾਤਰਾ ਪਈ ਹੋਈ ਹੈ। ਸੈਕੰਡਲੀ ਗੱਲ ਉਹੀ ਹੈ ਕਿ ਇਸ ਨੂੰ ਬੰਦਾ ਸ਼ੁਰੂ ਕਰਦਾ ਹੈ ਆਪਣੀ ਸੈਕਸ ਪਾਵਰ ਨੂੰ ਵਧਾਉਣ ਵਾਸਤੇ। ਠੀਕ ਹੈ ਜੀ, ਜਦੋਂ ਆਪਾਂ ਉਹਨੂੰ ਗੋਲੀਆਂ ਨੂੰ ਖਾਣਾ ਸ਼ੁਰੂ ਕਰਦੇ ਹਾਂ, ਆਪਣੀ ਉਹਦੇ ਨਾਲ ਸੈਕਸ ਡਿਜ਼ਾਇਰ ਵਧਣੀ ਸ਼ੁਰੂ ਹੋ ਜਾਂਦੀ ਹੈ, ਤਾਂ ਫਿਰ ਆਪਾਂ ਹੌਲੀ ਹੌਲੀ ਉਸ ਆਦਤ ਦੇ ਸ਼ਿਕਾਰ ਹੋ ਜਾਂਦੇ ਹਾਂ। ਫਿਰ ਆਪਾਂ ਤੋਂ ਗੋਲੀਆਂ ਤੋਂ ਬਿਨਾਂ ਸੈਕਸ ਨਹੀਂ ਹੁੰਦਾ। ਨੰਬਰ 2 ਤੇ ਸਰੀਰ 'ਚ એનર્ਜੀ ਨਹੀਂ ਰਹਿੰਦੀ, ਤਾਂ ਬੰਦੇ ਨੂੰ ਉਹ ਹੌਲੀ ਹੌਲੀ ਉਹ ਮਜਬੂਰੀ ਦੇ ਵਿੱਚੋਂ ਗੋਲੀਆਂ ਖਾਣੀਆਂ ਪੈ ਜਾਂਦੀਆਂ, ਜਿਹਦਾ ਕਿ ਉਹ ਸ਼ਿਕਾਰ ਹੋ ਜਾਂਦਾ ਹੈ। ਫਿਰ ਉਹਨੂੰ ਛੱਡਣਾ ਉਹਦੇ ਵਾਸਤੇ ਪੋਸੀਬਲ ਨਹੀਂ ਹੁੰਦਾ, ਕਿਉਂਕਿ ਜੇ ਉਹ ਛੱਡਦਾ ਉਹਨੂੰ ਲੂਜ਼ ਮੋਸ਼ਨ ਲੱਗ ਗਏ, ਉਹਦੇ ਲੱਤਾਂ 'ਚ ਦਰਦ, ਪਿੰਡਲੀਆਂ 'ਚ ਦਰਦ, ਚਿੜਚਿੜਾਪਨ, ਗੁੱਸਾ ਆਉਣਾ ਜਲਦੀ, ਤਾਂ ਉਹਨੂੰ ਇਹੋ ਜਿਹੇ ਸਿੰਪਟਮ ਦਿਖਣੇ ਸ਼ੁਰੂ ਹੋ ਜਾਂਦੇ। ਇਹ ਵੀ ਇੱਕ ਐਡਿਕਸ਼ਨ ਹੋ ਜਾਂਦੀ ਹੈ ਜੀ? ਬਿਲਕੁਲ ਜੀ, ਬਿਲਕੁਲ ਇਹ ਐਡਿਕਸ਼ਨ ਹੀ ਹੈ ਜੀ ਇੱਕ, ਕਿਉਂਕਿ ਜੇ ਉਹ ਨਹੀਂ ਕਰੇਗਾ ਤਾਂ ਉਹਨੂੰ ਇਹ ਚੀਜ਼ਾਂ ਦਿਖਣਗੀਆਂ। ਠੀਕ ਹੈ, ਤਾਂ ਉਹ ਨਾ ਚਾਹੁੰਦੇ ਹੋਏ ਵੀ ਉਹਨੂੰ ਇਹ ਦਵਾਈ ਖਾਣੀ ਪਊਗੀ, ਕਾਮਨੀ। ਅੱਛਾ, ਤੁਸੀਂ ਕਹਿ ਰਹੇ ਹੋ ਕਿ ਕੁਦਰਤ ਦੇ ਵਿੱਚ ਬੜੀ ਪਾਵਰ ਹੈ, ਬੜੀ ਸ਼ਕਤੀ ਹੈ, ਇਨਸਾਨ ਖੁਦ ਵੀ ਆਪਣੇ ਆਪ ਨੂੰ ਹੀਲ ਕਰ ਸਕਦਾ ਹੈ। ਕਿਹੜਾ ਬੰਦਾ ਹੈ, ਬੜੀ ਇਮਾਨਦਾਰੀ ਨਾਲ ਮੈਂ ਜਵਾਬ ਚਾਹਾਂਗਾ ਤੁਹਾਡੇ ਤੇ, ਕਿਹੜਾ ਬੰਦਾ ਹੈ ਜਿਹੜਾ ਨਸ਼ਾ ਛੱਡ ਸਕਦਾ ਹੈ? ਦੇਖੋ, ਨਸ਼ਾ ਛੱਡਣ ਵਾਸਤੇ ਤੁਹਾਡੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਣੀ ਵਿਲ ਪਾਵਰ ਜ਼ਰੂਰ ਚਾਹੀਦੀ ਹੈ। ਠੀਕ ਹੈ, ਕਿਉਂਕਿ ਜੇ ਤੁਹਾਡਾ ਅੰਦਰੋਂ ਮਨ ਸਟਰੋਂਗ ਨਹੀਂ ਹੈਗਾ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਠੀਕ ਹੈ ਜੀ, ਜਦ ਤੱਕ ਤੁਹਾਡਾ ਮਨ ਨਹੀਂ ਬਣਦਾ। ਨੰਬਰ 2 ਦੇ ਉੱਤੇ ਤੁਹਾਨੂੰ ਮਾੜੀ ਸੰਗਤ ਤਿਆਗਣੀ ਪਊਗੀ। ਜਦ ਤੱਕ ਤੁਸੀਂ ਉਹ ਲੋਕਾਂ ਦਾ ਸਾਥ ਨਹੀਂ ਛੱਡੋਗੇ ਜਿਹੜੇ ਲੋਕੀ ਨਸ਼ਾ ਕਰਦੇ ਨੇ ਜਾਂ ਕਰਵਾਉਂਦੇ ਨੇ, ਤਦ ਤੱਕ ਵੀ ਤੁਸੀਂ ਸਫਲ ਨਹੀਂ ਹੋ ਸਕਦੇ। ਦੂਸਰਾ, ਤੁਹਾਡਾ ਮਨ ਦੇ ਵਿੱਚ ਇੱਕ ਦ੍ਰਿੜ ਸੰਕਲਪ ਹੋਣਾ ਚਾਹੀਦਾ ਕਿ ਮੰਨੇ ਯਾਰ ਜੋ ਮਰਜ਼ੀ ਹੋ ਜੇ ਮੈਂ ਨਸ਼ਾ ਨਹੀਂ ਕਰਨਾ। ਤੀਸਰੀ ਗੱਲ ਹੈ ਵੀ ਦੇਖੋ, ਹੁਣ ਤੁਸੀਂ ਗੱਲ ਕੀਤੀ ਹੈ ਵੀ ਪ੍ਰਕਿਰਤੀ ਦੇ ਵਿੱਚ, ਤਾਂ ਸਾਡੇ ਆਯੁਰਵੇਦ ਦੇ ਵਿੱਚ ਬਹੁਤ ਵੱਡੀ, ਆਪਣੀ ਘਰ ਦੀ ਰਸੋਈ ਦੇ ਵਿੱਚ ਹੀ ਬਹੁਤ ਵੱਡੀਆਂ ਚੀਜ਼ਾਂ ਨੇ ਜਿਹਦਾ ਦੇ ਕਰਕੇ ਆਪਾਂ ਇਸ ਨਸ਼ੇ ਨੂੰ ਅਲਵਿਦਾ ਕਰ ਸਕਦੇ ਹਾਂ, ਇਸ ਤੋਂ ਆਪਾਂ ਛੁਟਕਾਰਾ ਵੀ ਪਾ ਸਕਦੇ ਹਾਂ। ਠੀਕ ਹੈ ਜੀ। ਪਰ ਇੱਕ ਚੀਜ਼ ਹੋਰ ਬੜੀ ਅਹਿਮ ਹੈ। ਦੇਖੋ, ਹਰ ਨਸ਼ੇੜੀ ਆਪਣੀ ਡੋਜ਼ ਲੈਣ ਤੋਂ ਬਾਅਦ ਇਹ ਸੋਚਦਾ ਹੈ ਕਿ ਇਹ ਮੇਰੀ ਆਖਰੀ ਡੋਜ਼ ਹੈ, ਇਸ ਤੋਂ ਬਾਅਦ ਮੈਂ ਨਸ਼ਾ ਨਹੀਂ ਕਰਨਾ। ਹਰ ਨਸ਼ੇੜੀ ਸੋਚਦਾ ਹੈ, ਪਰ ਉਹ ਕੀ ਕਾਰਨ ਰਹਿੰਦੇ ਨੇ ਕਿ ਜਿਹੜਾ ਉਹ ਬੰਦ ਹੀ ਨਹੀਂ ਕਰ ਪਾਉਂਦਾ? ਇੱਕ ਤੋਂ ਬਾਅਦ ਇੱਕ, ਦੂਸਰੀ, ਤੀਸਰੀ, ਚੌਥੀ, ਹਾਲਾਤ ਇਹ ਬਣ ਜਾਂਦੇ ਨੇ ਕਿ ਕਦੇ ਟੀਕਾ ਲਾਉਂਦਾ ਤੇ ਸਾਨੂੰ ਉਹ ਕਿਤੇ ਨਾ ਕਿਤੇ ਉਹਦੇ ਪ੍ਰਾਣ ਤਿਆਗ ਜਾਂਦਾ। ਸਰ ਗੱਲ ਘੁੜ ਮਿੜ ਕੇ ਫਿਰ ਆਪਾਂ ਉੱਥੇ ਹੀ ਕਰਾਂਗੇ, ਕਿਉਂਕਿ ਜਦੋਂ ਬੰਦਾ ਨਸ਼ਾ ਕਰਦਾ ਉਹਦੇ ਸਰੀਰ ਦੀ ਤੋੜ ਪੂਰੀ ਹੋ ਗਈ, ਉਸ ਨੂੰ ਐਂ ਲੱਗਦਾ ਵੀ ਹੁਣ ਤਾਂ ਮੈਨੂੰ ਕੋਈ ਦਿੱਕਤ ਹੀ ਨਹੀਂ ਹੈਗੀ, ਮੈਂ ਲੈ ਵੀ ਅੱਜ ਤੋਂ ਬਾਅਦ ਮੇਰੀ ਤੋਬਾ ਹੈ, ਮੈਂ ਨਸ਼ਾ ਨਹੀਂ ਕਰਾਂਗਾ। ਲੇਕਿਨ ਉਸ ਨਸ਼ੇ ਦਾ ਅਸਰ 6 ਘੰਟੇ, 7 ਘੰਟੇ, 8 ਘੰਟੇ, 10 ਘੰਟੇ, ਜੋ ਵੀ ਉਹਦੀ ਇੱਕ ਡੋਜ਼ ਦੇ ਅਨੁਸਾਰ ਉਹਨੂੰ ਉਹਦੀ ਟਾਈਮ ਪੀਰੀਅਡ ਹੈਗਾ, ਜਦੋਂ ਉਹ ਨਸ਼ੇ ਦਾ ਅਸਰ ਉਹਦੇ ਸਰੀਰ 'ਚੋਂ ਖਤਮ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ਨੂੰ ਫਿਰ ਤੋੜ ਲੱਗਣੀ ਸ਼ੁਰੂ ਹੋ ਜਾਂਦੀ ਹੈ, ਦਰਦ ਸ਼ੁਰੂ ਹੋ ਜਾਂਦੇ ਹੈ, ਕਈਆਂ ਨੂੰ ਛਿੱਕਾਂ ਲੱਗਦੀਆਂ, ਅੱਖ ਜਾਂ ਨੱਕ 'ਚੋਂ ਪਾਣੀ ਆਉਂਦਾ ਹੈ, ਲੂਜ਼ ਮੋਸ਼ਨ ਲੱਗਦੇ ਹੈ, ਪਿੰਡਲੀਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਘਬਰਾਹਟ, ਬੇਚੈਨੀ। ਤਾਂ ਫਿਰ ਉਹ ਨਾ ਚਾਹੁੰਦੇ ਹੋਏ ਫਿਰ ਉੱਧਰ ਨਸ਼ੇ ਕੰਨੀ ਨੂੰ ਭੱਜਦਾ। ਜਦੋਂ ਉਹਨੂੰ ਨਸ਼ਾ ਮਿਲ ਜਾਏਗਾ ਉਹ ਫਿਰ ਮੁੜ ਕੇ ਤੋਬਾ ਕਰੇਗਾ, ਫਿਰ ਨਸ਼ਾ ਕਰੇਗਾ। ਉਹਦਾ ਇਹ ਸਿਸਟਮ ਚੱਲਦਾ ਰਹਿੰਦਾ ਜਦ ਤੱਕ ਕਿ ਉਸ ਨੂੰ ਕੋਈ ਐਸਾ ਟ੍ਰੀਟਮੈਂਟ ਨਹੀਂ ਮਿਲਦਾ ਵੀ ਜਿਹਦੀ ਵਜ੍ਹਾ ਕਰਕੇ ਉਹਦੀ ਬਾਡੀ ਦੇ ਵਿੱਚੋਂ ਨਸ਼ੇ ਦੀ ਜਿਹੜੀ ਆਪਾਂ ਗੰਦਗੀ ਆ ਜਾਂ ਜੇ ਵੀ ਉਹਨੂੰ ਬਾਡੀ ਨੂੰ ਆਪਾਂ ਜਿਹਨੂੰ ਕਹਿੰਦੇ ਨੇ ਵੀ ਅਸੀਂ ਡਿਟੌਕਸ ਕਰ ਦਈਏ, ਤੋੜ ਖਤਮ ਹੋ ਜੂ। ਬਿਲਕੁਲ ਹੋ ਜਾਏਗੀ ਜੀ। ਦੇਖੋ, ਪੇਸ਼ੈਂਟ ਦੀਆਂ 2 ਚੀਜ਼ਾਂ ਸਾਨੂੰ ਚਾਹੀਦੀਆਂ, ਇੱਕ ਤਾਂ ਉਹਦਾ ਮਨ ਬਣਿਆ ਵਾ ਹੋਵੇ, ਸੰਕਲਪ ਹੋਵੇ ਉਹਦਾ ਵੀ ਮੈਂ ਨਸ਼ਾ ਨਹੀਂ ਕਰਨਾ। ਦੂਸਰਾ, ਉਹ ਸੰਗ ਸਾਥ ਛੱਡ ਦੇ ਜੇ ਉਹਦਾ ਕੋਈ ਇਸ ਤਰ੍ਹਾਂ ਦੇ ਬੰਦਿਆਂ ਦਾ ਹੈਗਾ ਜਿਨ੍ਹਾਂ ਦੇ ਵਿੱਚ ਬੈਠ ਕੇ ਉਹ ਨਸ਼ਾ ਕਰਦਾ ਹੈ। ਤੀਸਰਾ, ਅਸੀਂ ਆਪਣੀਆਂ ਦਵਾਈਆਂ ਨਾਲ ਜਾਂ ਆਪਣੇ ਨੁਸਖਿਆਂ ਨਾਲ, ਅਸੀਂ ਬਹੁਤ ਬੰਦੇ ਆ ਜੀ ਜਿਹੜੇ ਪਰਮਾਤਮਾ ਦੀ ਕਿਰਪਾ ਨਾਲ ਅੱਜ ਬਿਲਕੁਲ ਸਹੀ ਜੀਵਨ ਬਤੀਤ ਕਰ ਰਹੇ ਨੇ। ਮੈਂ ਦੇਖਿਆ ਤੁਸੀਂ ਬਹੁਤੇ ਲੋਕਾਂ ਨੂੰ ਤਾਂ ਨੁਸਖੀ ਦੇ ਕੇ ਤੁਸੀਂ ਸਾਰੀ ਜਾਂਦੇ ਹੋ, ਉਹ ਕੀ ਕਾਰਨ ਹੈ? ਸਰ ਦੇਖੋ, ਹਰ ਇੱਕ
ਡਿਪੈਂਡ ਕਰਦਾ ਕਿ ਬੰਦੇ ਦੀ ਜਿਹੜੀ ਨਸ਼ੇ ਦੀ ਮਾਤਰਾ ਹੈ ਉਹ ਕਿੰਨੀ ਕੁ ਚੱਲ ਰਹੀ ਹੈ। ਜੇ ਤਾਂ ਬੰਦਾ ਇਨੀਸ਼ੀਅਲੀ ਸਟੇਜ ਦੇ ਉੱਤੇ ਹੈਗਾ, ਜਿਵੇਂ 1-2 ਮਹੀਨੇ ਵਾਲਾ ਮੁੰਡਾ ਆਇਆ ਸੀ, ਤੁਸੀਂ ਉਹਨਾਂ ਨੂੰ ਉਹ ਨੁਸਖੀ ਦਿੱਤਾ, ਕੋਈ ਹੋਰ ਨੁਸਖਾ ਦਿੱਤਾ ਸੀ, ਤੇ ਉਹ ਕਹਿੰਦੇ ਜੀ ਮੈਨੂੰ ਉਹਦੇ ਨਾਲ ਵੀ ਬੜਾ ਫਰਕ ਹੈ। ਬਿਲਕੁਲ ਜੀ ਬਿਲਕੁਲ, ਕਿਉਂਕਿ ਉਹਦੇ ਬਾਡੀ ਦੇ ਅੰਦਰ ਹਾਲੇ ਉਹਨਾਂ ਨਸ਼ੇ ਨੇ ਘਰ ਨਹੀਂ ਕੀਤਾ ਸੀਗਾ ਕਿ ਜੇ ਆਪਾਂ ਉਹਨੂੰ ਦਵਾਈਆਂ ਤੇ ਸ਼ੁਰੂ ਕਰਾਈਏ, ਕਿਉਂਕਿ ਉਹ ਹਾਲੇ ਇਨੀਸ਼ੀਅਲ ਸਟੇਜ ਦੇ ਉੱਤੇ ਸੀਗਾ। ਤਾਂ ਇਹ ਨੁਸਖਿਆਂ ਨਾਲ ਵੀ ਆਪਾਂ ਉਹਨਾਂ ਨੂੰ ਠੀਕ ਕਰ ਸਕਦੇ ਸੀਗੇ। ਤਾਂ ਅਸੀਂ ਫਿਰ ਇਹੀ ਸੋਚਦੇ ਹਾਂ ਵੀ ਜਿਸ ਦਾ ਜੋ ਭਲਾ ਹੋ ਸਕਦਾ ਆਪਾਂ ਉਹਨਾਂ ਕਰ ਸਕੀਏ। ਤਾਂ ਉਸ ਨੂੰ ਨਸ਼ੇ ਦਾ ਜਿਹੜਾ ਛੁਟਕਾਰਾ ਹੈ ਉਹ ਉਹਦੇ ਨਾਲ ਹੀ ਉਹਦਾ ਹੋ ਰਿਹਾ ਸੀਗਾ। ਜੀ ਜੀ। ਅੱਛਾ, ਇਹ ਕੀ ਨੁਸਖਾ ਹੈ? ਪਹਿਲਾਂ ਸਾਨੂੰ ਇਹ ਦੱਸੋ ਵੀ ਇਸ ਅਜਵਾਇਨ ਦੀ ਕੀ ਖਾਸੀਅਤ ਹੈ? ਤੁਸੀਂ ਅਜਵਾਇਨ ਕਹਿ ਰਹੇ ਹੋ ਕਿ ਅਜਵਾਇਨ ਵਾਲਾ ਨੁਸਖਾ ਅੱਜ ਤੁਸੀਂ ਸਾਂਝਾ ਕਰਨ ਲੱਗੇ ਹੋ। ਅਦਰਕ ਦੀ ਤਿੱਲੀ ਤੋਂ ਬਾਅਦ ਤੋਬਾ ਕਰਾਉਣ ਵਾਲਾ ਨੁਸਖਾ ਹੈਗਾ ਇਹ, ਤੇ ਇਲਾਇਚੀ ਕੀ ਰੱਖੀ ਔਰ ਲੌਂਗ ਕਿਉਂ ਰੱਖੀ ਨੇ? ਇਹ ਕੀ ਕਰਨ ਵਾਲੇ ਤੁਸੀਂ? ਇਹ ਆਪਾਂ 2 ਤਰ੍ਹਾਂ ਦੇ ਅਸੀਂ ਨੁਸਖੇ ਤੁਹਾਨੂੰ ਅੱਜ ਦੇਣ ਜਾ ਰਹੇ ਹਾਂ। ਪਹਿਲਾ ਨੁਸਖਾ ਤਾਂ ਇਹੀ ਹੈ ਵੀ ਜਿਹੜਾ ਕੋਈ ਬੰਦਾ ਨਸ਼ਾ ਕਰ ਰਿਹਾ, ਜਿਵੇਂ ਕੋਈ ਵੀ ਨਸ਼ਾ ਹੋ ਗਿਆ, ਅਫੀਮ ਦਾ, ਭੁੱਕੀ ਦਾ ਜਾਂ ਸ਼ਰਾਬ ਦਾ ਜਾਂ ਚਿੱਟਿਆਂ ਦਾ, ਤਾਂ ਇਹ ਜਿਹੜੀ ਬਾਡੀ ਨੂੰ ਤੁਹਾਡੀ ਨੂੰ ਇਹਦਾ ਤਰੀਕਾ ਕੀ ਹੈ ਬਣਾਉਣ ਦਾ, ਕਿ ਇਹ ਤੁਸੀਂ 100 ਗ੍ਰਾਮ ਜਿਵੇਂ ਤੁਸੀਂ ਅਜਮੈਨ ਲੈ ਲੈਂਦੇ ਹੋ ਤੇ ਉਹਨੂੰ ਤਕਰੀਬਨ 8 ਗੁਣਾ ਪਾਣੀ ਦੇ ਵਿੱਚ ਤੁਸੀਂ ਇਸ ਨੂੰ ਪਹਿਲਾਂ ਪਾ ਕੇ ਪੂਰੀ ਤਰ੍ਹਾਂ ਇਸ ਨੂੰ ਤੁਸੀਂ ਬੋਇਲ ਕਰਨੀ ਹੈ। ਔਰ ਤਦ ਤੱਕ ਬੋਇਲ ਕਰਨਾ ਹੈ ਜਦ ਤੱਕ ਕਿ ਇਹ 100 ਗ੍ਰਾਮ ਨਾ ਰਹਿ ਜਾਵੇ ਪਾਣੀ, ਮਤਲਬ ਉਹਦਾ 1/7 ਹਿੱਸਾ ਉੜ ਜੇ ਭਾਫ ਬਣ ਕੇ, ਲੇਕਿਨ ਇਹਨੂੰ ਬੋਇਲਿੰਗ ਹੁੰਦਾ ਰਹੇ। ਤਾਂ ਜਿਹੜਾ ਉਹ ਤੁਹਾਡੇ ਕੋਲੇ ਪਾਣੀ ਬਚ ਜਾਏਗਾ, ਉਸ ਪਾਣੀ ਨੂੰ ਤੁਸੀਂ ਠੰਡਾ ਹੋਣ ਤੋਂ ਬਾਅਦ ਇਹਨੂੰ ਪੁੰਨ ਲਓ। ਪੁੰਨ ਕੇ ਤੁਸੀਂ ਆਪਣੀ ਕਿਸੇ ਵੀ ਬੋਤਲ ਜਾਂ ਕੰਚ ਦੀ ਜਿਹੜੀ ਚੀਜ਼ ਹੈ, ਖਾਸ ਕਰਕੇ ਇਹਨੂੰ ਕੰਚ ਦੀ ਬੋਤਲ ਦੇ ਵਿੱਚ ਹੀ ਤੁਸੀਂ ਰੱਖਣਾ ਹੈਗਾ। ਕੰਚ ਦੀ ਬੋਤਲ ਦੇ ਵਿੱਚ ਤੁਸੀਂ ਇਹਨੂੰ ਸਟੋਰ ਕਰ ਲਓ। ਔਰ ਡੇਲੀ ਤੁਸੀਂ ਇਹਨੂੰ 10 ml ਖਾਣਾ ਖਾਣ ਤੋਂ ਪਹਿਲਾਂ ਤਿੰਨੋਂ ਟਾਈਮ, ਸਵੇਰੇ ਵੀ, ਦੁਪਹਿਰੇ ਵੀ ਤੇ ਰਾਤ ਨੂੰ ਵੀ, ਤੁਸੀਂ ਤਿੰਨੋਂ ਟਾਈਮ ਇਹਦਾ ਸੇਵਨ ਕਰਨਾ, ਤਕਰੀਬਨ 40 ਜਾਂ 45 ਮਿੰਟ ਪਹਿਲਾਂ। ਅਸੀਂ ਇਹਦੇ ਨਾਲ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ 50 ਤੋਂ 70% ਪੇਸ਼ੈਂਟ ਇਸ ਦੇ ਨਾਲ ਨਸ਼ਾ ਛੱਡ ਦਿੰਦੇ ਨੇ। ਤਾਂ ਉਹਨਾਂ ਨੂੰ ਜਿਹੜੀ ਤੋੜ ਲੱਗਣੀ ਹੈ ਉਹ ਘਟ ਜਾਂਦੀ ਹੈ ਜਾਂ ਬੰਦ ਹੋ ਸਕਦੀ ਹੈ ਇਹਦੇ ਨਾਲ। ਕਿਉਂਕਿ ਦੇਖੋ 100% ਗਾਰੰਟੀ ਕਿਸੇ ਚੀਜ਼ ਦੀ ਨਹੀਂ ਹੁੰਦੀ, ਪਰ ਬਟ ਸਾਡੇ ਕੋਲੇ ਮੈਕਸਿਮਮ ਪੇਸ਼ੈਂਟ ਹੈਗੇ ਨੇ ਜਿਹੜੇ ਇਹਦੇ ਨਾਲ ਵੀ ਆਪਣੇ ਆਪ ਨੂੰ ਉਸ ਨਸ਼ੇ ਦੀ ਦਲਦਲ ਤੋਂ ਬਾਹਰ ਕੱਢ ਰਹੇ ਨੇ। ਪਰ ਡਾਕਟਰ ਸਾਹਿਬ, ਅਜਵਾਇਨ ਤਾਂ ਬੜੀ ਗਰਮ ਹੁੰਦੀ ਹੈ ਜੀ। ਸਰ, ਗਰਮ ਹੁੰਦੀ ਹੈ ਤਾਂ ਹੀ ਤਾਂ ਆਪਾਂ ਇਸ ਨੂੰ ਪੂਰੀ ਬਾਡੀ ਦੇ ਵਿੱਚ ਸਿਰਫ 10 ml ਹੀ ਲੈਣਾ ਸ਼ੁਰੂ ਕਰ ਰਹੇ ਹਾਂ। ਇਹ ਬਾਡੀ ਦੇ ਵਿੱਚੋਂ ਜਿੰਨੀ ਵੀ ਆਪਣੇ ਟੌਕਸਿਨ ਨੇ ਉਹਨਾਂ ਨੂੰ ਬਾਹਰ ਕੱਢੇਗੀ। ਜਦੋਂ ਟੌਕਸਿਨ ਬਾਹਰ ਨਿਕਲਣਗੇ, ਸਰੀਰ ਦੇ ਵਿੱਚੋਂ ਨਸ਼ੇ ਦੀ ਗੰਦਗੀ ਬਾਹਰ ਨਿਕਲੂਗੀ, ਤਾਂ ਹੌਲੀ ਹੌਲੀ ਬਾਡੀ ਸਾਫ਼ ਹੋਣੀ ਸ਼ੁਰੂ ਹੋ ਜਾਏਗੀ। ਤਾਂ ਉਹਨੂੰ ਜਿਹੜੀ ਨਸ਼ੇ ਦੀ ਤੋੜ ਹੈ ਉਹ ਘਟਦੀ ਜਾਏਗੀ। ਪਰ ਡਾਕਟਰ ਸਾਹਿਬ, ਇੱਕ ਹੋਰ ਬੜਾ ਸਵਾਲ ਇੱਥੇ ਮੇਰੇ ਮਨ ਦੇ ਵਿੱਚ ਜ਼ਿਹਨ 'ਚ ਆ ਰਿਹਾ ਹੈ। ਬਹੁਤ ਜਿਹੜੇ ਲੋਕ ਤੁਹਾਨੂੰ ਜਿਹੜੇ ਇੱਥੇ ਮਿਲਣ ਆਏ ਨੇ, ਕੰਸਲਟ ਕਰਨ ਆਏ ਸੀ, ਉਹਨਾਂ ਦੀ ਸ਼ਿਕਾਇਤ ਇਹ ਸੀ ਕਿ ਅਸੀਂ ਨਸ਼ਾ ਛੱਡਣ ਨੂੰ ਤਿਆਰ ਹਾਂ, ਪਰ ਉਸ ਤੋਂ ਬਾਅਦ ਸਾਡੀ ਜਿਹੜੀ ਗ੍ਰਸਤੀ ਵਾਲੀ ਗੱਡੀ ਹੈ ਉਹ ਲੀਹੋਂ ਲੱਥ ਜਾਣੀ ਹੈ ਜੀ। ਅਸੀਂ ਉੱਥੇ ਕੀ ਜਵਾਬਦੇਹੀ ਦੇਵਾਂਗੇ? ਬਹੁਤ ਲੋਕਾਂ ਨੇ ਆ ਕੇ ਕਿਹਾ ਕਿ ਜੀ ਸਾਡੇ ਤਾਂ ਘਰਦਿਆਂ ਨੂੰ ਪਤਾ ਹੀ ਹੈ ਨਹੀਂ ਕਿ ਅਸੀਂ ਨਸ਼ਾ ਕਰ ਰਹੇ ਹਾਂ, ਪਰ ਅਸੀਂ ਹੁਣ ਛੱਡਣਾ ਚਾਹੁੰਦੇ ਹਾਂ, ਅਸੀਂ ਮਨ ਬਣਾ ਲਿਆ। ਫਿਰ ਉਹਦਾ ਕੀ ਹੱਲ ਕਰਦੇ ਹੋ ਤੁਸੀਂ? ਦੇਖੋ ਸਰ, ਉਹਦੇ ਲਈ ਵੀ ਸਾਡੇ ਕੋਲੇ ਮੈਡੀਸਨਸ ਹੁੰਦੀਆਂ ਨੇ ਆਯੁਰਵੈਦਿਕ ਦੇ ਵਿੱਚ, ਪਰ ਲੇਕਿਨ ਅਸੀਂ ਕਹਿੰਦੇ ਆ ਵੀ ਪਹਿਲਾਂ ਤੁਸੀਂ ਇਸ ਨਸ਼ੇ ਦੀ ਗੰਦਗੀ ਨੂੰ ਕਲੀਅਰ ਕਰੋ ਬਾਡੀ ਦੇ ਵਿੱਚੋਂ, ਤਾਂ ਤੇ ਆਪਾਂ ਜਿਹੜੀਆਂ ਉਹ ਦਵਾਈਆਂ ਲਵਾਂਗੇ ਤਾਂ ਤੁਹਾਨੂੰ ਬਾਡੀ ਦੇ ਵਿੱਚ ਸਹੀ ਉਹਦਾ ਜਿਹੜਾ ਰਿਜ਼ਲਟ ਹੈ ਉਹ ਮਿਲ ਸਕੇ। ਕਿਉਂਕਿ ਮੇਨ ਬੰਦਾ ਪਹਿਲਾਂ ਸ਼ੁਰੂ ਕਰਦਾ ਸੈਕਸ ਪ੍ਰੋਬਲਮ ਦੀ ਘਾਟ ਕਰਕੇ ਹੀ ਇਹ ਨਸ਼ੇ ਸ਼ੁਰੂ ਕਰਦਾ ਹੈ। ਔਰ ਉਹਨਾਂ ਨੂੰ ਫਰਕ ਵੀ ਦਿਖਦਾ ਹੈ ਜਦੋਂ ਸ਼ੁਰੂ ਦੇ ਵਿੱਚ ਉਹ ਨਸ਼ਾ ਕਰਦੇ ਨੇ ਨਾ ਜੀ, ਤਾਂ ਉਹਨਾਂ ਨੂੰ ਫਰਕ ਦਿਖਦਾ ਸੈਕਸ ਪਾਵਰ ਦੇ ਵਿੱਚ। ਲੇਕਿਨ ਜਦੋਂ ਉਹਨਾਂ ਨੂੰ ਉਹ ਨਸ਼ਾ ਉਹਨਾਂ ਦੀ ਬਾਡੀ ਤੇ ਉਹਨਾਂ ਦੇ ਵਿੱਚ ਹੱਡਾਂ 'ਚ ਰਚ ਜਾਂਦਾ ਹੈ, ਤਾਂ ਫਿਰ ਇਹ ਦਵਾਈ ਜਿਹੜੀ ਨਸ਼ੇ ਦੀ ਹੈਗੀ ਹੈ ਇਹਨਾਂ ਨੂੰ ਕੰਮ ਕਰਨਾ ਬੰਦ ਕਰ ਦਿੰਦੀ ਹੈ। ਉਲਟਾ ਉਹਨਾਂ ਦੀ ਜਿਹੜੀ ਸੈਕਸ ਪਾਵਰ ਆ ਉਹ ਡਾਊਨ ਹੋ ਜਾਂਦੀ ਹੈ। ਤਾਂ ਫਿਰ ਉਹ ਉਸੇ ਵਜ੍ਹਾ ਕਰਕੇ ਫਿਰ ਸਾਡੇ ਕੋਲੇ ਆਉਂਦੇ ਆ ਵੀ ਡਾਕਟਰ ਸਾਹਿਬ ਜਿਸ ਵਜ੍ਹਾ ਕਰਕੇ ਨਸ਼ਾ ਸ਼ੁਰੂ ਕੀਤਾ ਸੀਗਾ ਉਹ ਵਾਲੀ ਚੀਜ਼ ਤਾਂ ਫਿਰ ਸਾਡੇ ਕੋਲੇ ਨਹੀਂ ਰਹੀ, ਉਲਟਾ ਸਾਨੂੰ ਇਹਦੀ ਆਦਤ ਪੈ ਗਈ, ਅਸੀਂ ਇਹਦੀ ਲੱਤ ਦੇ ਸ਼ਿਕਾਰ ਹੋ ਗਏ, ਸਾਡਾ ਪੈਸਾ ਵੀ ਖਰਾਬ ਹੋ ਰਿਹਾ, ਸਾਡੀ ਸਿਹਤ ਵੀ ਖਰਾਬ ਹੋ ਰਹੀ ਹੈ, ਸਾਡੀ ਸਮਾਜ ਦੇ ਵਿੱਚ ਵੀ ਬਦਨਾਮੀ ਹੋ ਰਹੀ ਹੈ। ਕਿਉਂਕਿ ਕਈਆਂ ਨੂੰ ਪਤਾ ਲੱਗ ਗਿਆ ਵੀ ਇਹ ਨਸ਼ੇੜੀ ਬੰਦਾ ਹੈ, ਤਾਂ ਤੁਹਾਨੂੰ ਪਤਾ ਹੀ ਹੈ ਵੀ ਨਸ਼ੇੜੀ ਬੰਦੇ ਦੀ ਕਿੰਨੀ ਕੁ ਸਮਾਜ ਦੇ ਵਿੱਚ ਵੈਲਿਊ ਹੁੰਦੀ ਹੈ। ਜੀ ਜੀ। ਅੱਛਾ, ਤੇ ਇੱਕ ਹੋਰ ਬੜਾ, ਜਦੋਂ ਵੀ ਸਾਡਾ ਪ੍ਰਵਾਸੀ ਭਾਈਚਾਰੇ ਦੀ ਆਮਦ ਹੋਈ ਹੈ ਸਾਡੇ ਪੰਜਾਬ ਦੇ ਵਿੱਚ, ਤਾਂ ਉਹਨਾਂ ਨੇ ਨੌਜਵਾਨ ਮੁੰਡਿਆਂ ਨੂੰ ਜ਼ਰਦਾ ਲਾਉਣ ਲਾਤਾ, ਜਿਹਨੂੰ ਚੂਨੇ ਨਾਲ ਮਿਕਸ ਕਰਕੇ ਤੰਬਾਕੂ ਲਗਾਉਣ ਲਾਤਾ। ਔਰ ਉਹਦੀ ਹੋਰ ਇੱਕ ਐਡਵਾਂਸ ਟੈਕਨੀਕ ਆ ਗਈ ਕੂਲ ਲਿਪ ਦੇ ਤੌਰ ਦੇ ਉੱਤੇ, ਉਹ ਵੀ ਛੁੱਟ ਸਕਦੀ ਹੈ। ਬਿਲਕੁਲ ਜੀ ਬਿਲਕੁਲ। ਉਹਦੇ ਲਈ ਥੋੜਾ ਜਿਹਾ ਨੁਸਖੇ ਦੇ ਵਿੱਚ ਫਰਕ ਪੈ ਜਾਂਦਾ ਜੀ। ਉਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਇੱਕ ਸਮਝਾ ਰਿਹਾ ਵੀ ਤੁਸੀਂ 10 ਗ੍ਰਾਮ ਤਾਂ ਅਜਮਾਇਨ ਲੈ ਲਈ, ਇਹ ਇਲਾਇਚੀ ਹੈ, ਇਹਦੇ ਵਿੱਚੋਂ ਤੁਸੀਂ ਦਾਣੇ ਕੱਢ ਲੈਣੇ ਨੇ, ਇਹਦੇ ਜਿਹੜੇ ਇਲਾਇਚੀ ਦੇ ਹੁੰਦੇ ਨੇ ਜੀ, ਤੇ 10 ਗ੍ਰਾਮ ਹੀ ਤੁਸੀਂ ਇਹ ਦਾਣੇ ਲੈ ਲੈਣੇ ਹੈ ਜੀ। ਠੀਕ ਹੈ ਜੀ, ਜਿਹੜੇ ਆ ਦਾਣੇ ਹੋ ਗਏ। 10 ਗ੍ਰਾਮ ਇਲਾਇਚੀ ਲੈ ਲਈ, 10 ਗ੍ਰਾਮ ਤੁਸੀਂ ਇਹ ਇਲਾਇਚੀ ਦੇ 10 ਗ੍ਰਾਮ ਅਜਵਾਇਨ ਲੈ ਲਈ, 10 ਗ੍ਰਾਮ ਤੁਸੀਂ ਇਲਾਇਚੀ ਦੇ ਦਾਣੇ ਲੈ ਲਏ, ਤੇ 2 ਤੋਂ 2.5 ਗ੍ਰਾਮ ਤੁਸੀਂ ਇਹ ਲੌਂਗ ਲੈ ਲਏ। ਠੀਕ ਹੈ ਜੀ, ਇਹਨਾਂ ਨੂੰ ਤੁਸੀਂ ਤਵੇ ਦੇ ਉੱਤੇ ਗਰਮ ਕਰ ਲਓ। ਤਵੇ ਤੇ ਗਰਮ ਕਰਨ ਤੋਂ ਬਾਅਦ ਇਹਨਾਂ ਨੂੰ ਤੁਸੀਂ ਕੁੰਡੀ ਦੇ ਵਿੱਚ ਪਾਊਡਰ ਬਣਾ ਲਓ ਇਹਨਾਂ ਦਾ ਕੁੱਟ ਕੇ।
ਪਾਊਡਰ ਬਣਾ ਕੇ ਇਹਨੂੰ ਤੁਸੀਂ ਆਪਣੇ ਇਹ ਕੁੰਡੀ 'ਚ ਹੀ ਹੈ, ਮਿਕਸੀ 'ਚ ਵੀ ਮਿਕਸ ਕਰ ਸਕਦੇ ਨਹੀਂ, ਮਿਕਸੀ ਨਾਲੋਂ ਕੁੰਡੀ ਜ਼ਿਆਦਾ ਵਧੀਆ ਰਹੇਗੀ, ਕਿਉਂਕਿ ਮਿਕਸੀ ਦੇ ਵਿੱਚ ਉਹਨਾਂ ਦੇ ਜਿਹੜੇ ਤੱਤ ਨੇ ਨਾ ਜੀ ਉਹ ਖਤਮ ਹੋ ਜਾਂਦੇ ਆ। ਤਾਂ ਇਹਨੂੰ ਤੁਸੀਂ ਗ੍ਰਾਈਂਡਰ ਦਾ, ਜਾਂ ਤਾਂ ਜਿਹੜਾ ਹੱਥ ਵਾਲਾ ਗ੍ਰਾਈਂਡਰ ਹੈ, ਪਰ ਉਹਦੇ ਵਿੱਚ ਗ੍ਰਾਈਂਡਰ 'ਚ ਤਾਂ ਨਹੀਂ ਕਹਿ ਰਿਹਾ ਮੈਂ, ਕਿਉਂਕਿ ਆਪਣੀ ਮਿਕਦਾਰ ਬੜੀ ਛੋਟੀ ਹੈ। ਤਾਂ ਉਹਦੇ ਵਿੱਚ ਜੇ ਆਪਾਂ ਪੀਸਾਂਗੇ ਤਾਂ ਉਹ ਗ੍ਰਾਈਂਡਰ ਦੇ ਵਿੱਚ ਹੀ ਉਹ ਖਤਮ ਹੋ ਜਾਣਗੇ ਥੋੜੇ ਬਹੁਤੇ। ਤਾਂ ਤੁਸੀਂ ਕੋਈ ਇਹੋ ਜਿਹੀ ਕੁੰਡੀ ਰੱਖੋ, ਹਰਲ ਰੱਖੋ, ਇਹਦੇ ਵਿੱਚ ਤੁਸੀਂ ਉਹਨਾਂ ਨੂੰ ਮਿਕਸਚਰ ਕਰਕੇ ਉਹਨਾਂ ਦਾ ਬਰੀਕ ਪਾਊਡਰ ਬਣਾ ਲਓ ਤੇ ਆਪਣੇ ਕੋਲੇ ਰੱਖ ਲਓ। ਜਦੋਂ ਵੀ ਤੁਹਾਨੂੰ ਕੂਲੀਪ ਦੀ ਲੋੜ ਲੱਗੇ ਤਾਂ ਤੁਸੀਂ ਉਹ ਥੋੜਾ ਜਿਹਾ ਮਸਾਲਾ ਲੈ ਕੇ ਉਸੇ ਤਰ੍ਹਾਂ ਲਾ ਲਓ। ਥੋੜੇ ਦਿਨਾਂ ਤੋਂ ਬਾਅਦ ਤੁਹਾਨੂੰ ਖੁਦ ਹੀ ਜਿਹੜੀ ਉਹ ਕੂਲੀਪ ਦੀ ਤੋੜ ਹੈ ਉਹ ਘਟਣੀ ਸ਼ੁਰੂ ਹੋ ਜਾਏਗੀ, ਔਰ ਹੌਲੀ ਕਰਕੇ ਤੁਸੀਂ ਉਸ ਦਲਦਲ ਚੋਂ ਬਾਹਰ ਆ ਜਾਓਗੇ। ਅੱਛਾ, ਤੇ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਜਿਹੜਾ ਤੁਹਾਡੇ ਕੋਲੋਂ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਗੋਲੀ ਦੇ ਉੱਤੇ ਲੱਗ ਗਏ ਨੇ, ਤੁਸੀਂ ਕਹਿ ਰਹੇ ਕਿ ਗੋਲੀ ਸਬਸਟੀਟਿਊਟ ਦਿੱਤੀ ਹੈ ਸਰਕਾਰ ਵੱਲੋਂ, ਲਗਭਗ ਜਿਹੜਾ 5 ਤੋਂ 7 ਲੱਖ ਬੱਚਾ ਇਸ ਵੇਲੇ ਗੋਲੀ ਜੀਭ ਦੇ ਉੱਤੇ ਰੱਖ ਰਿਹਾ, ਤੇ ਇਹ ਗੋਲੀ ਵੀ ਛੱਡੀ ਜਾ ਸਕਦੀ ਹੈ ਇਨ ਫਾਰਮੂਲੇ ਨਾਲ? ਦੇਖੋ ਜੀ, ਸਾਡੇ ਕੋਲੇ ਕਈ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਨੇ ਇਹ ਗੋਲੀ ਇਸ ਨੁਸਖੇ ਨਾਲ ਛੱਡੀ ਹੈ। ਉਹਦੇ ਵਿੱਚ ਪੇਸ਼ੈਂਟ ਦੀ ਆਪਣੀ ਵਿਲ ਪਾਵਰ ਬਹੁਤ ਜ਼ਰੂਰੀ ਹੈ ਨਾਲ, ਕਿਉਂਕਿ ਜੇ ਉਹਨਾਂ ਨੂੰ ਥੋੜੀ ਬਹੁਤੀ ਔਕੜ ਆਂਦੀ ਹੈ ਤਾਂ ਉਹ ਉਹਨਾਂ ਨੂੰ ਦੇਖੋ ਸਹਿਣੀ ਪਊਗੀ। ਜੇ ਉਹ ਸਹਿ ਸਕਦੇ ਨੇ ਤਾਂ ਇਸ ਨੁਸਖੇ ਨਾਲ ਉਹ ਗੋਲੀ ਵੀ ਉਹ ਛੱਡ ਸਕਦੇ ਨੇ। ਤੁਹਾਡੇ ਕੋਲ ਕੋਈ ਨੁਸਖਾ ਇਸ ਤੋਂ ਇਲਾਵਾ ਹੈ ਜਿਹਦੇ ਨਾਲ ਬਿਲਕੁਲ ਤੋੜ ਲੱਗੇ ਹੀ ਨਾ, ਲੱਗੇ ਕਿ ਜਿਹੜਾ ਨਸ਼ੇੜੀ ਹੈ ਬੜੇ ਆਰਾਮ ਨਾਲ ਨਸ਼ਾ ਛੱਡ ਦੇਵੇ? ਸਰ ਫਿਰ ਉਸ ਦੇ ਵਾਸਤੇ ਤਾਂ ਸਾਡੇ ਕੋਲੇ ਮੈਡੀਸਿਨਸ ਹੁੰਦੀਆਂ ਨੇ ਸਾਡੀਆਂ ਆਯੁਰਵੈਦਿਕ, ਕਿਉਂਕਿ ਉਹਨਾਂ ਦੇ ਵਿੱਚ ਪ੍ਰੋਪਰ ਅਸੀਂ ਇੱਕ ਜਿਹੜੀ ਆਪਣੀ ਜੜੀਆਂ ਬੂਟੀਆਂ ਦਾ ਮਿਸ਼ਰਣ ਕਰਕੇ ਪਾਇਆ ਹੋਇਆ, ਉਹ ਅਸੀਂ ਪਹਿਲੇ ਦਿਨ ਤੋਂ ਹੀ ਪੇਸ਼ੈਂਟ ਦਾ ਨਸ਼ਾ ਬੰਦ ਕਰਾ ਦਿੰਦੇ ਆ ਬਿਨਾਂ ਕਿਸੇ ਤੋੜ ਤਕਲੀਫ ਤੋਂ। ਉਹਦੇ ਵਿੱਚ ਫਿਰ ਤੁਹਾਨੂੰ ਨੁਸਖਿਆਂ ਦੀ ਲੋੜ ਨਹੀਂ ਹੈਗੀ। ਤੁਸੀਂ ਸਾਡੀਆਂ ਦਵਾਈਆਂ ਪਹਿਲੇ ਦਿਨ ਤੋਂ ਸ਼ੁਰੂ ਕਰੋ। ਕੋਈ ਵੀ ਨਸ਼ਾ ਸਾਨੂੰ ਬਿਲਕੁਲ ਸਹੀ ਦੱਸਣਾ, ਤੁਸੀਂ ਆਪਣਾ ਉਹਦੀ ਡੋਜ਼ ਦੇ ਵਿੱਚ ਕੋਈ ਕਮੀ ਨਹੀਂ ਦੱਸਣੀ। ਦੇਖ ਰਹੇ ਸੀ ਬਹੁਤ ਲੋਕ ਆ ਕੇ ਸੰਗੀ ਜਾਂਦੇ ਨੇ ਜੀ। ਸਰ ਫਿਰ ਇਸ ਤਰ੍ਹਾਂ ਹੁੰਦਾ ਜੀ, ਸਾਡੇ ਕੋਲੇ ਜਿਵੇਂ ਕਈ ਵਾਰ ਆਪਣੇ ਪਰਿਵਾਰ ਦੇ ਨਾਲ ਪੇਸ਼ੈਂਟ ਆ ਗਿਆ, ਪਰਿਵਾਰ ਦੇ ਸਾਹਮਣੇ ਉਹਨਾਂ ਨੇ ਡੋਜ਼ ਘੱਟ ਦੱਸੀ ਵੀ ਹੁੰਦੀ ਹੈ, ਡੋਜ਼ ਹੁੰਦੀ ਉਹਨਾਂ ਦੀ ਅਸਰ ਦੇ ਐਕਚੁਅਲੀ ਉਹਨਾਂ ਦੀ ਡੋਜ਼ ਹੁੰਦੀ ਹੈ ਜ਼ਿਆਦਾ। ਫਿਰ ਉਹ ਪਰਿਵਾਰ ਸਾਹਮਣੇ ਸੰਗੀ ਜਾਂਦੇ ਆ ਵੀ ਸਹੀ ਡੋਜ਼ ਉਹ ਦੱਸ ਨਹੀਂ ਪਾਉਂਦੇ ਵੀ ਪਰਿਵਾਰ ਨੂੰ ਘੱਟ ਦੱਸੀ ਹੋਈ ਹੈ। ਫਿਰ ਉੱਥੇ ਸਾਨੂੰ ਵੀ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਅਸੀਂ ਉਹਨਾਂ ਦੀ ਡੋਜ਼ ਦੇ ਅਨੁਸਾਰ ਹੀ ਦਵਾਈ ਦੇਣੀ ਹੁੰਦੀ ਹੈ ਤਿਆਰ ਕਰਕੇ, ਫਿਰ ਉੱਥੇ ਪੇਸ਼ੈਂਟ ਨੂੰ ਦਿੱਕਤ ਆਉਂਦੀ ਹੈ। ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ, ਆਪਣੇ ਦਰਸ਼ਕਾਂ ਨੂੰ, ਵੀ ਸਾਨੂੰ ਜੋ ਵੀ ਤੁਸੀਂ ਨਸ਼ਾ ਛਡਾਉਣਾ ਹੈਗਾ ਉਹਦੀ ਸਾਨੂੰ ਸਹੀ ਡੋਜ਼ ਪ੍ਰੋਪਰ ਦੱਸਣੀ ਹੈ, ਤਾਂ ਕਿ ਤੁਹਾਡਾ ਅਸੀਂ ਸਹੀ ਤਰੀਕੇ ਨਾਲ ਟ੍ਰੀਟਮੈਂਟ ਕਰ ਸਕੀਏ ਔਰ ਤੁਹਾਨੂੰ ਇਸ ਦਲਦਲ ਚੋਂ ਬਾਹਰ ਕੱਢ ਸਕੀਏ। ਅੱਛਾ ਡਾਕਟਰ ਸਾਹਿਬ, ਤੇ ਫਿਰ ਜਿਹੜੇ ਲੋਕਾਂ ਨੂੰ ਤੇ ਨੁਸਖਾ ਸੂਟ ਬੈਠ ਗਿਆ ਉਹ ਤੁਹਾਡਾ ਇਸ ਤਰੀਕੇ ਨਾਲ ਫਾਇਦਾ ਲੈ ਸਕਦੇ ਨੇ, ਤੇ ਜਿਨ੍ਹਾਂ ਨੂੰ ਨਹੀਂ ਸੂਟ ਬੈਠਦਾ, ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੰਸਲਟ ਕਰਨਾ ਹੈ ਤੇ ਤੁਸੀਂ ਕਿਵੇਂ ਮਿਲ ਸਕਦੇ ਹੋ, ਤੁਹਾਡੇ ਨਾਲ ਰਾਬਤਾ ਕਿਵੇਂ ਹੋਵੇ? ਸਰ ਜੀ, ਸਾਡਾ ਪਟਿਆਲੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਕਲੀਨਿਕ ਹੈ। ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਖੁੱਲ੍ਹਾ ਹੁੰਦਾ ਹੈ। ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਨੰਬਰ ਤੁਹਾਡੇ ਸਾਹਮਣੇ ਡਿਸਪਲੇ ਹੋ ਰਹੇ ਆ ਸਾਡੇ ਸਕਰੀਨ ਦੇ ਉੱਤੇ, ਤੇ ਤੁਸੀਂ ਸਾਡੇ ਨਾਲ ਮਿਲ ਕੇ ਟਾਈਮ ਵੀ ਲੈ ਸਕਦੇ ਹੋ ਔਰ ਸਾਡੇ ਕੋਲੇ ਆ ਵੀ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਪ੍ਰੋਪਰ ਸਾਨੂੰ ਆਪਣੀ ਜਾਣਕਾਰੀ ਦੇ ਕੇ ਤੁਹਾਨੂੰ ਅਸੀਂ ਪ੍ਰੋਪਰ ਤੁਹਾਡਾ ਟ੍ਰੀਟਮੈਂਟ ਸ਼ੁਰੂ ਕਰਾ ਦਾਂਗੇ। ਅੱਛਾ, ਇਹ ਨੁਸਖੇ ਨਾਲ ਕਿੰਨੇ ਟਾਈਮ ਇਹ ਨੁਸਖਾ ਇਸਤੇਮਾਲ ਕਰਨਾ ਪਊਗਾ, ਔਰ ਜਿਹੜਾ ਤੁਹਾਡੇ ਵਾਲਾ ਨੁਸਖਾ ਜਿਹਦੇ ਤੁਸੀਂ ਕਹਿ ਰਹੇ ਹੋ ਕਿ ਪ੍ਰੋਪਰ ਇੱਕ ਨਸ਼ੇੜੀ ਵਾਸਤੇ ਤੁਸੀਂ ਨੁਸਖਾ ਤਿਆਰ ਕੀਤਾ ਹੋਇਆ ਹੈ ਜੜੀ ਬੂਟੀਆਂ ਵਾਲਾ, ਉਹਦੇ ਨਾਲ ਕਿੰਨਾ ਟਾਈਮ ਦੇ ਵਿੱਚ ਜਿਹੜਾ ਨਸ਼ੇੜੀ ਹੈ ਨਸ਼ਾ ਛੱਡ ਜੂਗਾ? ਸਰ ਦੇਖੋ, ਜਿਹੜਾ ਤਾਂ ਸਾਡਾ ਨੁਸਖਾ ਹੈਗਾ ਉਹਦੇ ਵਿੱਚ ਤਾਂ ਅਸੀਂ ਪੇਸ਼ੈਂਟ ਨੂੰ ਪਹਿਲੇ ਦਿਨ ਤੋਂ ਹੀ ਨਸ਼ਾ ਬੰਦ ਕਰਾ ਦਿੰਦੇ ਹਾਂ। 2 ਤੋਂ 2.5 ਮਹੀਨੇ ਸਾਡਾ ਕੋਰਸ ਚੱਲਦਾ ਹੈ। 2 ਤੋਂ 2.5 ਮਹੀਨੇ ਬਾਅਦ ਸਾਡੀ ਦਵਾਈ ਬੰਦ ਹੋ ਜਾਂਦੀ ਹੈ। ਪੇਸ਼ੈਂਟ ਬਿਲਕੁਲ ਨਸ਼ਾ ਤੋਂ ਬਾਹਰ ਆ ਜਾਂਦਾ ਹੈ। ਸਿਰਫ ਉਸਨੇ ਆਪਣਾ ਮਨ 'ਤੇ ਕੰਟਰੋਲ ਰੱਖਣਾ ਹੈ ਤੇ ਆਪਣੇ ਸੰਗ ਸਾਥ ਨੂੰ ਵਧੀਆ ਰੱਖਣਾ ਹੈ। ਦੂਸਰੀ ਗੱਲ, ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜੇ ਨੁਸਖਿਆਂ ਦੇ ਨਾਲ ਬੰਦਾ, ਇਹ ਥੋੜਾ ਜਿਹਾ ਅਸਰ ਲੇਟ ਇਹਨਾਂ ਦਾ ਤੁਹਾਨੂੰ ਦੇਖਣ 'ਚ ਮਿਲੇਗਾ, ਕਿਉਂਕਿ ਇਹ ਨੁਸਖੇ ਜਿਹੜੇ ਹੁੰਦੇ ਆ ਇਹ ਤੁਹਾਨੂੰ 5 ਮਹੀਨੇ 6 ਮਹੀਨੇ ਜਾਂ ਕਿਸੇ ਨੂੰ ਤਾਂ ਸਾਲ ਵੀ ਚੱਲ ਜਾਂਦੇ ਨੇ, ਕਿਉਂਕਿ ਇਹਨਾਂ ਨੇ ਨੁਸਖਿਆਂ ਨੇ ਹੌਲੀ ਕੰਮ ਕਰਨਾ ਹੈ। ਦਵਾਈ ਨੇ ਉਹਨਾਂ ਦੀ ਬਾਡੀ ਦੇ ਵਿੱਚੋਂ ਇਨਸਟੈਂਟ ਰਿਜ਼ਲਟ ਦੇਣਾ ਸ਼ੁਰੂ ਕਰ ਦੇਣਾ, ਕਿਉਂਕਿ ਅਸੀਂ ਪਹਿਲੇ ਦਿਨ ਤੋਂ ਹੀ ਉਹਨੂੰ ਤੋੜ ਲੱਗਣੀ ਬੰਦ ਕਰ ਦੇਣੀ ਹੈ, ਕਿਉਂਕਿ ਉਹ ਜੜੀਆਂ ਬੂਟੀਆਂ ਸਾਡੀਆਂ ਐਸੀਆਂ ਪਾਵਰਫੁਲ ਜਾਂ ਐਸੀਆਂ ਦੁਰਲਭ ਜੜੀਆਂ ਬੂਟੀਆਂ ਹੁੰਦੀਆਂ, ਤਾਂ ਉਹ ਜੜੀਆਂ ਬੂਟੀਆਂ ਦੇ ਨਾਲ ਅਸੀਂ ਪੇਸ਼ੈਂਟ ਨੂੰ ਪਹਿਲੇ ਦਿਨ ਤੋਂ ਹੀ ਅਸੀਂ ਰਿਜ਼ਲਟ ਦਿਖਾ ਦਿੰਦੇ ਹਾਂ ਕਿ ਲੈ, ਚਾਹੇ ਸਾਡੇ ਕੋਲੋਂ ਪੇਸ਼ੈਂਟ ਨੂੰ ਅਸੀਂ ਇਹੀ ਕਹਿੰਦੇ ਹਾਂ ਵੀ ਚਾਹੇ ਸਾਡੇ ਕੋਲੋਂ ਹਫਤੇ ਦੀ ਦਵਾਈ ਲੈ ਕੇ ਜਾਓ, ਤੁਸੀਂ ਤੁਹਾਨੂੰ ਹਫਤੇ 'ਚ ਫਰਕ ਦਿਖੇਗਾ। ਤੁਸੀਂ ਆਪਣੇ ਆਪ ਹੀ ਕਹੋਗੇ ਕਿ ਡਾਕਟਰ ਸਾਹਿਬ ਮੈਨੂੰ ਕੋਈ ਹਫਤੇ 'ਚ ਦਿੱਕਤ ਪਰੇਸ਼ਾਨੀ ਨਹੀਂ ਆਈ।